ਧੰਨ ਵਾਹਿਗੁਰੂ ਸਾਹਿਬ ਜੀਓ। ਕਬੀਰ ਸੂਖ ਨਾ ਇਹ ਜੁਗ, ਕਰੈ ਜੋ ਬਹੁਤੈ ਮੀਤ। ਜੋ ਚਿਤ ਰਾਖੈ ਏਕ ਸਿਉ, ਤੇ ਸੁਖ ਪਾਵੈ ਨੀਤ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨਾ ਫੋਟ। ਨਹੀਂ ਪਟਣਾ ਨਹੀਂ ਪਾਜੂ, ਨਹੀਂ ਗਾਹਕ ਨਹੀਂ ਮੋੜ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਸਰਬੇ ਕਾਇਨਾਤ ਦੇ ਪ੍ਰਤਪਾਲਕ, ਗੁਰਤਾ ਗਤੀ ਤੇ ਸੁਭਾਇਮਾਨ, ਗਿਆਨ ਦੇ ਕਮੀ ਭੰਡਾਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਸ਼ਬਦ ਕੀਰਤਨ ਦਾ ਰਸ ਆਨੰਦ ਮਾਣਿਆ ਹੈ। ਆਓ ਹਜ਼ੂਰ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਪਿਆਰ ਅਦਬ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜਿਨ੍ਹਾਂ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਰੋਜ਼ਾਨਾ ਚੱਲ ਰਹੀ ਹੈ। ਅੱਜ ਦਾ ਜੋ ਮੁਬਾਰਕ ਪਵਿੱਤਰ ਪਾਵਨ ਸ਼ਲੋਕ ਵਿਚਾਰ ਅਧੀਨ ਹੈ, ਜਿਨ੍ਹਾਂ ਦਾ ਪਾਠ ਅਸੀਂ ਹੁਣੇ ਸਾਂਝਾ ਕੀਤਾ ਹੈ। ਕਬੀਰ ਸਾਹਿਬ ਜੀ ਆਖਦੇ ਨੇ, ਇਸ ਜਗਤ ਅੰਦਰ ਸੰਸਾਰ ਅੰਦਰ ਰਹਿੰਦਿਆਂ ਹੋਇਆਂ ਮਨੁੱਖ ਆਪਣੇ ਸਵਾਰਥ ਵਾਸਤੇ, ਨਿੱਜੀ ਸੁੱਖ ਵਾਸਤੇ ਮਿੱਤਰ ਬਣਾਉਂਦਾ ਹੈ, ਦੋਸਤ ਬਣਾਉਂਦਾ ਹੈ, ਕੁਝ ਰਿਸ਼ਤੇ ਵੀ ਨਵੇਂ ਅਖਤਿਆਰ ਕਰਦਾ ਹੈ। ਤੇ ਇਹਨਾਂ ਸਾਰੇ ਮਿੱਤਰਾਂ, ਇਹਨਾਂ ਸਾਰੇ ਦੋਸਤਾਂ ਤੋਂ, ਇਹਨਾਂ ਰਿਸ਼ਤਿਆਂ ਤੋਂ ਇਹ ਚਾਹੁੰਦਾ ਵੀ ਮੈਨੂੰ ਸੁੱਖ ਮਿਲੇ, ਮੇਰੇ ਜੀਵਨ ਵਿੱਚ ਆਨੰਦ ਹੋਵੇ, ਜੀਵਨ ਵਿੱਚ ਖੁਸ਼ੀ ਹੋਵੇ, ਹਮੇਸ਼ਾ ਚੰਗੀ ਖਬਰ ਹੀ ਮਿਲਦੀ ਰਹੇ। ਪਰ ਬਹੁਤਾਤ ਰੂਪ ਵਿੱਚ ਇਹ ਆਪਣੇ ਦੋਸਤਾਂ ਵਿੱਚ, ਮਿੱਤਰਾਂ ਵਿੱਚ, ਪਰਿਵਾਰ ਵਿੱਚ, ਕੁਟੁੰਬ ਪਾਲਣ ਆਦਿਕ ਵਿੱਚ ਇੰਨਾ ਖਚਤ ਹੋ ਜਾਂਦਾ ਹੈ, ਇੰਨਾ ਮਸਤ ਹੋ ਜਾਂਦਾ ਹੈ ਵੀ ਜਿਸ ਮਾਲਕ ਪ੍ਰਭੂ ਨੇ ਇਹਨੂੰ ਜਿੰਦ ਦਿੱਤੀ ਹੈ, ਸਵਾਸ ਦਿੱਤੇ ਨੇ, ਜਿਹੜਾ ਰਿਜ਼ਕ ਵੀ ਪਹੁੰਚਾਉਂਦਾ ਹੈ, ਇਹ ਉਸ ਨੂੰ ਚੇਤੇ ਨਹੀਂ ਕਰਦਾ, ਉਹਦਾ ਸ਼ੁਕਰਾਨਾ ਨਹੀਂ ਕਰਦਾ। ਹਾਂ, ਜਦੋਂ ਥੋੜੀ ਬਹੁਤੀ ਕੋਈ ਲੋੜ ਪੈ ਜਾਵੇ, ਕੰਮ ਪੈ ਜਾਵੇ, ਕੋਈ ਅਰਦਾਸ ਕਰਾਉਣੀ ਹੈ, ਕੋਈ ਮੰਗ ਮੰਗਣੀ ਹੈ, ਉਦੋਂ ਇਹਨੂੰ ਜ਼ਰੂਰ ਧਰਮ ਸਥਾਨ ਚੇਤੇ ਆਉਂਦੇ ਨੇ, ਧਰਮ ਚੇਤੇ ਆਉਂਦਾ ਹੈ, ਪਾਠ ਚੇਤਾ ਆਉਂਦਾ ਹੈ, ਪੂਜਾ ਕਰਨੀ ਚੇਤਾ ਆ ਜਾਂਦੀ ਹੈ।
ਪਰ ਸਾਧਾਰਨ ਤੌਰ ਤੇ ਜਦੋਂ ਇਹ ਦੁਨਿਆਵੀ ਸੁੱਖਾਂ ਦੇ ਵਿੱਚ ਪ੍ਰਵਿਰਤ ਹੈ, ਖਚਿਤ ਹੋਇਆ ਹੈ, ਇਹਨੂੰ ਰੱਬ ਚੇਤੇ ਨਹੀਂ ਆਉਂਦਾ। ਤੋ ਕਬੀਰ ਸਾਹਿਬ ਜੀ ਆਖਦੇ ਨੇ, ਜਦੋਂ ਇਹ ਮਨੁੱਖ ਸੰਸਾਰੀ ਰਿਸ਼ਤਿਆਂ ਆਦਿਕ ਵਿੱਚ, ਪਦਾਰਥਾਂ ਦੇ ਮੋਹ ਦੇ ਵਿੱਚ ਖਚਿਤ ਹੋ ਜਾਂਦਾ ਹੈ, ਉਦੋਂ ਇਹਨੂੰ ਮਾਲਕ ਪ੍ਰਭੂ ਪਰਮਾਤਮਾ ਚਿੱਤ ਚੇਤੇ ਵਿੱਚ ਨਹੀਂ ਆਉਂਦਾ। ਤੇ ਜਿਸ ਵੇਲੇ ਅਕਾਲ ਪੁਰਖ ਦੀ ਯਾਦ ਇਸ ਨੂੰ ਭੁੱਲ ਜਾਂਦੀ ਹੈ ਤੇ ਜੀਵਨ ਕਾਲ ਵਿੱਚ ਫਿਰ ਹੌਲੀ ਹੌਲੀ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਨੇ। ਬਾਣੀ ਵਿੱਚ ਹਜ਼ੂਰ ਨੇ ਬੜੇ ਸੌਖੇ ਲਫ਼ਜ਼ਾਂ ਵਿੱਚ ਜ਼ਿਕਰ ਕੀਤਾ ਹੈ। ਹਜ਼ੂਰ ਆਖਦੇ ਨੇ, ਤੁਸੀਂ ਜੇਕਰ ਸਵਾਲ ਕਰੋ ਵੀ ਦੁੱਖ ਕਦੋਂ ਵਾਪਰਦਾ ਹੈ, ਤੇ ਬਾਣੀ ਵਿੱਚ ਹਜ਼ੂਰ ਨੇ ਪੰਕਤੀ ਜ਼ਿਕਰ ਕੀਤੀ ਹੈ। ਹਜ਼ੂਰ ਆਖਦੇ ਨੇ, ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਆਉਂਦਾ ਹੀ ਤਦੋਂ ਹੈ ਜਦੋਂ ਮਨੁੱਖ ਨੂੰ ਪ੍ਰਮਾਤਮਾ ਭੁੱਲ ਜਾਂਦਾ ਹੈ, ਕਿਉਂਕਿ ਉਹ ਸੁੱਖਾਂ ਦਾ ਦਾਤਾ ਹੈ। ਜੇ ਸੁੱਖਾਂ ਦਾ ਦਾਤਾ ਭੁੱਲ ਗਿਆ ਤੇ ਉਹਦੇ ਜੀਵਨ ਵਿੱਚ ਸੁੱਖ ਨਹੀਂ ਹੋ ਸਕਦੇ। ਤੇ ਦੂਜੇ ਪਾਸੇ ਗੱਲ ਕਰੀਏ ਸੁੱਖ ਦੀ ਵੀ, ਸੁੱਖ ਕਦੋਂ ਹੁੰਦਾ ਹੈ? ਤੇ ਸੁੱਖ ਉਦੋਂ ਜਦੋਂ ਪ੍ਰਭੂ ਚਿੱਤ ਵਿੱਚ ਆ ਜਾਵੇ, ਹਿਰਦੇ ਵਿੱਚ ਆ ਜਾਵੇ, ਜੀਵਨ ਦੀ ਅਗਵਾਈ ਅਸੀਂ ਸ਼ਬਦ ਦੀ ਲੈ ਲਈਏ, ਉਦੋਂ ਜੀਵਨ ਵਿੱਚ ਸੁੱਖ ਹੁੰਦਾ ਹੈ। ਔਰ ਇਹ ਸੁੱਖ ਜੀਵਨ ਕਾਲ ਦੇ ਹਰ ਸਮੇਂ ਨਾਲ ਰਹਿੰਦਾ ਹੈ। ਇਹ ਸੁੱਖ ਭਾਵੇਂ ਕਿਸੇ ਤਰ੍ਹਾਂ ਦਾ ਜੀਵਨ ਵਿੱਚ ਕਸ਼ਟ ਬਣੇ, ਮੁਸ਼ਕਲ ਬਣੇ, ਕਿਸ ਤਰ੍ਹਾਂ ਦੇ ਵੀ ਹਾਲਾਤ ਬਣਨ, ਅੰਦਰ ਦਾ ਸੁੱਖ, ਅੰਦਰ ਦਾ ਆਨੰਦ ਜਿਹੜਾ ਪ੍ਰਭੂ ਨਾਲ ਪ੍ਰੀਤ ਬਣਾ ਕਰਕੇ ਮਿਲਦਾ ਹੈ, ਇਹ ਕਿਸੇ ਵੀ ਹਾਲਤ ਵਿੱਚ ਘਟਦਾ ਨਹੀਂ, ਕਮਜ਼ੋਰ ਨਹੀਂ ਹੁੰਦਾ। ਇਹ ਪ੍ਰੀਤ ਪੱਕੀ ਪੈ ਜਾਂਦੀ ਹੈ। ਤੋ ਕਬੀਰ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ ਹੈ, ਪਹਿਲੇ ਸ਼ਲੋਕ ਵਿੱਚ ਕਹਿਣ ਲੱਗੇ, ਕਬੀਰ ਸੂਖ ਨਾ ਇਹ ਜੁਗ, ਕਰੈ ਜੋ ਬਹੁਤੈ ਮੀਤ। ਇਹ ਭਾਈ, ਸੰਸਾਰ ਵਿੱਚ ਤੂੰ ਬੜੇ ਮਿੱਤਰ ਬਣਾ ਰਿਹਾ ਹੈ, ਪਰ ਜਗਤ ਵਿੱਚ ਰਹਿੰਦਿਆਂ ਹੋਇਆਂ ਚੇਤਾ ਰੱਖੀ, ਅੰਦਰ ਦਾ ਸੁੱਖ, ਅੰਦਰ ਦਾ ਆਨੰਦ ਇਹਨਾਂ ਸੰਸਾਰੀ ਮਿੱਤਰਾਂ ਵਿੱਚੋਂ ਹੋ ਸਕਦਾ ਤੈਨੂੰ ਨਾ ਮਿਲੇ। ਕਿਉਂਕਿ ਸੰਸਾਰੀ ਮਿੱਤਰ ਜਿਹੜੇ ਨੇ, ਸੰਸਾਰੀ ਰਿਸ਼ਤੇ ਆਦਿਕ ਜਿਹੜੇ ਨੇ, ਇਹ ਤੇਰੇ ਨਾਲ ਸੰਬੰਧ, ਤੇਰੇ ਨਾਲ ਪਿਆਰ ਉਹਨਾਂ ਚਿਰ ਤੱਕ ਬਣਾ ਕਰਕੇ ਰੱਖਦੇ ਨੇ ਜਿੰਨਾ ਚਿਰ ਤੱਕ ਤੇਰੇ ਕੋਲੋਂ ਇਹਨਾਂ ਦਾ ਸਵਾਰਥ ਪੂਰਾ ਹੁੰਦਾ ਹੈ। ਜਿਸ ਦਿਨ ਉਨਕਾ ਸਵਾਉ ਹੋਏ ਨਾ ਆਵੇ, ਤੇ ਦਿਨ ਨੇੜੇ ਕੋ ਨਾ ਟੁਕਾਵੇ। ਜਦੋਂ ਸਵਾਰਥ ਪੂਰਾ ਹੋ ਗਿਆ, ਉਦੋਂ ਫਿਰ ਇਹ ਕੋ ਨੇੜੇ ਨਹੀਂ ਟਿਕਦੇ, ਨੇੜੇ ਨਹੀਂ ਬੈਠਦੇ। ਜਦੋਂ ਮਨੁੱਖ ਦੇ ਕੋਲ ਸੰਸਾਰੀ ਮਾਇਆ ਖਤਮ ਹੋ ਜਾਵੇ ਤੇ ਰਿਸ਼ਤੇਦਾਰ ਵੀ ਮੂੰਹ ਮੋੜ ਲੈਂਦੇ ਨੇ, ਵੀ ਘਰ ਆਉਣਾ ਹੀ ਨਹੀਂ ਪਸੰਦ ਕਰਦੇ, ਵੀ ਇਹਨਾਂ ਦੇ ਘਰੇ ਕੀ ਜਾਣਾ, ਇਹਨਾਂ ਦੇ ਘਰੇ ਤੇ ਭੁੱਖ ਪਈ ਹੋਈ ਹੈ, ਇਹ ਤੇ ਸਾਡੇ ਕੋਲ ਵੀ ਮੰਗਣਗੇ। ਤੋ ਬਹੁਤਾਤ ਰੂਪ ਵਿੱਚ ਰਿਸ਼ਤੇ ਨਾਤੇ ਕੇਵਲ ਤੇ ਕੇਵਲ ਮਾਇਆ ਦੇ ਰਹਿ ਗਏ ਨੇ। ਮਾਇਆ ਹੈ ਤੇ ਰਿਸ਼ਤਾ ਹੈ, ਮਾਇਆ ਨਹੀਂ ਤੇ ਰਿਸ਼ਤਾ ਨਹੀਂ। ਤਾਂ ਕਰਕੇ ਕਬੀਰ ਸਾਹਿਬ ਜੀ ਆਖਦੇ ਨੇ, ਸੰਸਾਰੀ ਰਿਸ਼ਤੇ ਆਦਿਕ ਜਿਹੜੇ ਬਣਾ ਰਹੇ ਹੈ, ਜਿਹੜੇ ਸਿਰਫ ਮਾਇਆ ਦੇ ਆਧਾਰ ਤੇ ਤੂੰ ਬਣਾ ਰਹੇ ਹੈ, ਇਹ ਹਾਲਾਤ ਉਹਨਾਂ ਦੇ ਵੀ ਨਹੀਂ, ਤੇਰੇ ਆਪਣੇ ਨਹੀਂ ਵੇ। ਤੂੰ ਕਿਸੇ ਨਾਲ ਮਿੱਤਰਤਾ ਬਣਾਵੇਂ ਤੇ ਕੇਵਲ ਉਹਦਾ ਧਨ ਵੇਖ ਕਰਕੇ ਮਿੱਤਰਤਾ ਬਣਾ ਰਹੇ ਹੈ। ਗਰੀਬਾਂ ਨਾਲ ਕੋਈ ਦੋਸਤੀ ਨਹੀਂ ਕਰਦਾ, ਉਹਨਾਂ ਦੇ ਨਾਲ ਖਲੋਣ ਵਾਸਤੇ ਕੋਈ ਤਿਆਰ ਨਹੀਂ ਹੈ। ਤੋ ਕਬੀਰ ਸਾਹਿਬ ਤਾਂ ਆਖ ਰਹੇ ਨੇ, ਜੋ ਚਿਤ ਰਾਖੈ ਏਕ ਸਿਉ, ਤੇ ਸੁਖ ਭਾਵੈ ਨੀਤ। ਪਰ ਜਿਹੜੇ ਇੱਕ ਨਾਲ, ਮਾਲਕ ਨਾਲ, ਪ੍ਰਮਾਤਮਾ ਨਾਲ ਚਿੱਤ ਜੋੜ ਕਰਕੇ ਰੱਖਦੇ ਨੇ, ਉਹ ਸਦਾ ਦਾ ਸੁੱਖ ਪ੍ਰਾਪਤ ਕਰਦੇ ਨੇ, ਸਦਾ ਦਾ ਆਨੰਦ ਪ੍ਰਾਪਤ ਕਰਦੇ ਨੇ, ਸਦਾ ਉਹਨਾਂ ਦੇ ਜੀਵਨ ਵਿੱਚ ਖੇੜਾ ਬਣਿਆ ਰਹਿੰਦਾ ਹੈ। ਤੋ ਕਬੀਰ ਸਾਹਿਬ ਜੀ ਦਾ ਇਸ ਸ਼ਲੋਕ ਦਾ ਕਹਿਣ ਦਾ ਭਾਵ ਕਿ ਸੰਸਾਰੀ ਸੁੱਖਾਂ ਆਦਿਕ ਵਿੱਚ, ਪਦਾਰਥਾਂ ਦੇ ਭੋਗਾਂ ਵਿੱਚ, ਰਿਸ਼ਤਿਆਂ ਆਦਿਕ ਦੇ ਨਿਭਾਉਣ ਵਿੱਚ ਇੰਨਾ ਖਚਤ ਨਾ ਹੋ ਜਾ ਕਿ ਰੱਬ ਨੂੰ ਭੁੱਲ ਜਾਵੇਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿੱਥੇ ਸੰਸਾਰੀ ਜ਼ਿੰਮੇਵਾਰੀ ਨਿਭਾਵੇ ਪਰਿਵਾਰ ਦੀ, ਸਮਾਜ ਦੀ, ਉੱਥੇ ਨਿਰੰਕਾਰ ਨਾਲ ਅਭੇਦ ਹੋਣਾ ਵੀ ਬੜਾ ਜ਼ਰੂਰੀ ਹੈ।
ਅਗਲਾ ਸ਼ਲੋਕ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਦੁਨੀਆ ਦੀਆਂ, ਸੰਸਾਰ ਦੀਆਂ ਵਾਧੂ ਦੀਆਂ ਖੁਆਇਸ਼ਾਂ, ਆਸਾਂ, ਮਨਸਾਂ, ਇਹਨਾਂ ਨੂੰ ਛੱਡ ਦੇਣਾ ਤੇ ਕੇਵਲ ਨਿਰੰਕਾਰ ਦੀ ਭਗਤੀ ਵਿੱਚ ਮਨ ਇਕਾਗਰ ਕਰ ਲੈਣਾ। ਅਧਿਆਤਮਕਵਾਦ ਦੇ ਖੇਤਰ ਅੰਦਰ ਇਸ ਨੂੰ ਸਦ ਜੀਵਨ ਕਿਹਾ ਜਾਂਦਾ ਹੈ। ਮਰਨ ਤੋਂ ਬਾਅਦ ਦਾ ਸਦ ਜੀਵਨ ਹੈ। ਚੇਤਾ ਰੱਖਣਾ, ਸੰਸਾਰ ਦੇ ਅੰਦਰ ਪਹਿਲਾਂ ਮਨੁੱਖ ਦਾ ਜਨਮ ਹੁੰਦਾ ਹੈ ਤੇ ਫਿਰ ਮੌਤ ਹੁੰਦੀ ਹੈ। ਜੇ ਜਨਮ ਹੋਇਆ ਹੈ ਤੇ ਮੌਤ ਹੋਵੇਗੀ, ਇਹ ਨਿਸ਼ਚਿਤ ਹੈ। ਪਰ ਨਿਰੰਕਾਰ ਦੇ ਘਰ ਵਿੱਚ, ਆਤਮਿਕ ਜੀਵਨ ਦੇ ਰਸਤੇ ਦੇ ਅੰਦਰ ਪਹਿਲਾਂ ਮੌਤ ਹੋਵੇਗੀ ਤੇ ਫਿਰ ਜਨਮ ਹੋਵੇਗਾ। ਵਿਸ਼ਿਆਂ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਮਾਰ ਲੈ, ਇਹ ਮੌਤ ਹੋ ਜਾਵੇ, ਫਿਰ ਸਦ ਜੀਵਨ ਹੋਵੇਗਾ। ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ, ਸ਼ਬਦ ਮਰੋ ਫਿਰ ਜੀਵੋ ਸਦ ਹੀ। ਸ਼ਬਦ ਦੇ ਰਾਹੀਂ ਮਰ ਜਾਵੋ ਤਾਂ ਜੀਵੋ ਸਦ ਹੀ, ਫਿਰ ਸਦ ਜੀਵਨ ਪ੍ਰਾਪਤ ਹੋਵੇਗਾ, ਤਾਂ ਫਿਰ ਮਰਨ ਨਾ ਹੋਏ, ਦੁਬਾਰਾ ਮੌਤ ਵੀ ਨਹੀਂ ਹੋਵੇਗੀ। ਇਹ ਸਦ ਜੀਵਨ ਭਗਤ ਕਬੀਰ ਸਾਹਿਬ ਵਰਗਿਆਂ ਨੂੰ ਮਿਲਿਆ। ਇਹ ਸਦ ਜੀਵਨ ਭਗਤ ਰਵਿਦਾਸ ਵਰਗਿਆਂ ਨੂੰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੇ ਮਾਇਆ ਦੀ ਖਿੱਚ, ਵਿਕਾਰਾਂ ਦੀ ਖਿੱਚ ਜੀਵਨ ਵਿੱਚੋਂ ਖਤਮ ਕਰਕੇ ਨਿਰੰਕਾਰ ਦੀ ਪ੍ਰੀਤ ਬਣਾਈ ਹੈ। ਇਹ ਸਦ ਜੀਵਨ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਤੋ ਕਬੀਰ ਸਾਹਿਬ ਜੀ ਆਖਦੇ ਨੇ, ਸੰਸਾਰ ਦੇ ਲੋਕ ਜਿਹੜੇ ਨੇ ਇਸ ਮਰਨੇ ਤੋਂ ਡਰਦੇ ਨੇ, ਪਰ ਮੇਰੇ ਮਨ ਆਨੰਦ, ਮੇਰੇ ਮਨ ਅੰਦਰ ਤੇ ਚਾਅ ਪੈਦਾ ਹੁੰਦਾ ਹੈ, ਖੁਸ਼ੀ ਪੈਦਾ ਹੁੰਦੀ ਹੈ, ਕਿਉਂਕਿ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਕਿਉਂਕਿ ਇਸ ਮੌਤ ਤੋਂ ਬਾਅਦ ਹੀ ਪਰਮ ਆਨੰਦ ਇਹ ਪ੍ਰਾਪਤ ਹੁੰਦਾ ਹੈ। ਇਹ ਅੰਦਰ ਦਾ ਆਨੰਦ, ਅੰਦਰ ਦੀ ਖੁਸ਼ੀ ਇਸ ਮੌਤ ਤੋਂ ਬਾਅਦ ਪ੍ਰਾਪਤ ਹੁੰਦੀ ਹੈ, ਜਿਹਨੂੰ ਹਜ਼ੂਰ ਪਵਿੱਤਰ ਬਾਣੀ ਵਿੱਚ ਵੀ ਆਖਦੇ ਨੇ ਕਿ ਜਦੋਂ ਧਰਮ ਦੇ ਰਸਤੇ ਉੱਤੇ ਤੇ ਤੁਰੇ ਤੇ ਜਿਹੜੀਆਂ ਪਦਾਰਥਾਂ ਦੀਆਂ ਖੁਆਇਸ਼ਾਂ ਆਦਿਕ ਨੇ, ਜਿਹੜੇ ਸੰਸਾਰੀ ਸੁੱਖਾਂ ਦੀ ਤੂੰ ਗੱਲ ਕਰਦਾ ਹੈ, ਇਹਨਾਂ ਨੂੰ ਨਜ਼ਰਅੰਦਾਜ਼ ਕਰਕੇ, ਪਾਸੇ ਕਰਕੇ ਤੇ ਇੱਕੋ ਇੱਕ ਰੱਬੀ ਮਾਲਕ ਪ੍ਰਭੂ ਪਰਮਾਤਮਾ ਵਿੱਚ ਅਭੇਦ ਹੋਣ ਦਾ ਅਸਲ ਸੁੱਖ ਇਹ ਤੈਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਇਹ ਸੁੱਖ ਵਾਲੇ ਪਾਸੇ ਧਿਆਨ ਦੇ। ਤੂੰ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਪੂਰਨ ਪਰਮਾਨੰਦ ਕੇਵਲ ਫਿਰ ਇਸ ਮੌਤ ਤੋਂ ਬਾਅਦ ਹੀ ਹੋਵੇਗਾ। ਕਈ ਲੋਕ ਇਸ ਪੰਕਤੀ ਦੇ ਅਰਥ ਕਰਦੇ ਨੇ ਵੀ ਸਰੀਰਕ ਮੌਤ ਹੋ ਜਾਣ ਤੋਂ ਬਾਅਦ ਪਰਮਾਨੰਦ ਮਿਲਦਾ ਹੈ। ਬਾਣੀ ਇਸ ਸਿਧਾਂਤ ਨਾਲ ਮੇਲ ਨਹੀਂ ਖਾਂਦੀ, ਵਿਚਾਰਧਾਰਾ ਨਾਲ ਸਹਿਮਤ ਨਹੀਂ ਹੈ। ਹਜ਼ੂਰ ਪਵਿੱਤਰ ਬਾਣੀ ਵਿੱਚ ਆਖਦੇ ਨੇ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਮੁਕਤੀ ਕਿਸ ਨੇ ਪ੍ਰਾਪਤ ਕੀਤੀ ਹੈ? ਜੇ ਕਿਸੇ ਨੇ ਮਰਨ ਤੋਂ ਬਾਅਦ ਮੁਕਤੀ ਪ੍ਰਾਪਤ ਕੀਤੀ ਹੈ ਤੇ ਉਹਦਾ ਮਰਨ ਵਾਲੇ ਨੂੰ ਕੋਈ ਲਾਭ ਨਹੀਂ, ਕਿਉਂਕਿ ਪਹਿਲਾਂ ਤੇ ਖਤਮ ਹੋ ਚੁੱਕਿਆ ਉਹ। ਜਿਹਨੂੰ ਬਾਣੀ ਵਿੱਚ ਹਜ਼ੂਰ ਇਸ ਤਰ੍ਹਾਂ ਵੀ ਜ਼ਿਕਰ ਕਰਦੇ ਨੇ, ਕਹਿਣ ਲੱਗੇ ਵੀ ਕੋਈ ਵਿਅਕਤੀ ਡੂੰਘੇ ਪਾਣੀ ਵਿੱਚ ਡੁੱਬਦਾ ਜਾ ਰਿਹਾ ਹੈ, ਆਵਾਜ਼ਾਂ ਮਾਰ ਰਿਹਾ ਵੀ ਮੈਂ ਡੁੱਬਨਿਆ, ਕੋਈ ਆਵਾਜ਼ ਨਹੀਂ ਸੁਣਦਾ। ਉਹ ਡੁੱਬ ਕਰਕੇ ਮਰ ਗਿਆ, ਸਰੀਰ ਹੌਲਾ ਹੋ ਕਰਕੇ ਪਾਣੀ ਤੇ ਤੈਰਨ ਲੱਗ ਪਿਆ ਵੀ ਅੰਦਰੋਂ ਜਾਨ ਨਿਕਲ ਗਈ ਹੈ। ਤੇ ਉਸ ਤੋਂ ਬਾਅਦ ਜੇ ਉਹਨੂੰ ਕੋਈ ਬੇੜੀ ਲੈ ਕਰਕੇ, ਕੋਈ ਜਹਾਜ਼ ਲੈ ਕਰਕੇ ਉਹਦੇ ਕੋਲ ਪਹੁੰਚੇ ਤੇ ਉਹਨੂੰ ਉਹਦਾ ਕੀ ਲਾਭ ਹੈ? ਡੂਬ ਮੋਏ ਨੌਕਾ ਮਿਲੇ ਫੁਨ ਕਾਮ ਨਾ ਆਵੇ। ਡੁੱਬ ਕਰਕੇ ਮਰ ਗਿਆ ਤੇ ਫਿਰ ਉਹਦੇ ਕੋਲ ਬੇੜਾ ਪਹੁੰਚ ਗਿਆ, ਜਹਾਜ਼ ਪਹੁੰਚ ਗਿਆ, ਤੇ ਉਹਦੇ ਫਿਰ ਕਿਸ ਕੰਮ ਦਾ? ਤੋ ਬਾਣੀ ਦਾ ਸਿਧਾਂਤ ਵੀ ਆਖਦਾ ਹੈ, ਮਰਨ ਤੋਂ ਬਾਅਦ ਮੁਕਤੀ ਦਾ ਕੋਈ ਵਿਸ਼ਾ ਨਹੀਂ ਹੈ, ਕੋਈ ਸਿਧਾਂਤ ਨਹੀਂ। ਇੱਥੇ ਜਿਉਂਦਿਆਂ ਜੀ ਵਿਕਾਰਾਂ ਤੋਂ ਮੁਕਤ ਹੋ ਜਾਣਾ ਇਹ ਅਸਲ ਮੁਕਤੀ ਹੈ, ਜਿਹਨੇ ਪ੍ਰਾਪਤ ਕਰ ਲਈ ਹੈ, ਜਿਹਨੂੰ ਕਬੀਰ ਸਾਹਿਬ ਜੀ ਆਖਦੇ ਨੇ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਤੀਜਾ ਸ਼ਲੋਕ ਹੈ, ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ। ਕਬੀਰ ਸਾਹਿਬ ਜੀ ਆਖਦੇ ਨੇ, ਰੱਬ ਦਾ ਨਾਮ ਰੂਪੀ ਪਦਾਰਥ ਜੇ ਤੈਨੂੰ ਪ੍ਰਾਪਤ ਹੋ ਗਿਆ ਹੈ
ਤੇ ਇਹਦੀ ਮੰਡੀ ਨਾ ਲਾ, ਲੋਕਾਂ ਨੂੰ ਦੱਸਦਾ ਨਾ ਫਿਰ। ਮੇਰੀ ਸੁਰਤ ਜੁੜ ਜਾਂਦੀ ਹੈ, ਮੇਰੀਆਂ ਤੇ ਰੱਬ ਨਾਲ ਗੱਲਾਂ ਹੁੰਦੀਆਂ ਨੇ, ਇਹ ਲੋਕਾਂ ਨੂੰ ਦੱਸਦਾ ਨਾ ਫਿਰ। ਇਹ ਤੇਰਾ ਜੀਵਨ ਆਪਣੇ ਆਪ ਦੱਸੇਗਾ। ਰਾਮ ਪਦਾਰਥ ਪਾਏ ਕਹਿ ਕਬੀਰਾ, ਗਾਂਠ ਨਾ ਖੋਲ। ਇਹ ਅੰਦਰ ਦੀ ਅਵਸਥਾ ਲੋਕਾਂ ਦੇ ਸਾਹਮਣੇ ਨਾ ਖੋਲ। ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਜਿੱਥੇ ਤੂੰ ਆਪਣੇ ਗੁਣਾਂ ਨੂੰ ਵੰਡਦਾ ਫਿਰਦਾ ਹੈ, ਉਥੇ ਤੇਰੇ ਗੁਣਾਂ ਦੀ ਕੋਈ ਕਦਰ ਨਹੀਂ ਹੈ। ਨਾ ਇਹ ਗੁਣਾਂ ਵਾਲਾ ਸ਼ਹਿਰ ਹੈ, ਪਟਨ ਸ਼ਹਿਰ ਹੈ, ਨਾ ਇੱਥੇ ਤੇਰੇ ਗੁਣਾਂ ਦੀ ਕੋਈ ਪਰਖ ਕਰਨ ਵਾਲਾ ਹੈ, ਨਾ ਇੱਥੇ ਕੋਈ ਇਸ ਨਾਮ ਰੂਪੀ ਪਦਾਰਥ ਦਾ ਗਾਹਕ ਹੈ, ਤੇ ਕੋਈ ਇਸ ਦਾ ਮੁੱਲ ਦੇ ਵੀ ਨਹੀਂ ਸਕਦਾ। ਇਸ ਕਰਕੇ ਲੋਕਾਂ ਦੇ ਸਾਹਮਣੇ ਨਾ ਖਿਲਾਰਦਾ ਫਿਰ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਲੋਕ ਚੇਤੇ ਆਉਂਦਾ ਹੈ। ਹਜ਼ੂਰ ਆਖਦੇ ਨੇ, ਬਿਨ ਗਾਹਕ ਗੁਣ ਵੇਚੀਐ, ਤਉ ਗੁਣ ਸਹਿਗੋ ਜਾਏ। ਕਹਿਣ ਲੱਗੇ ਵੀ ਜਿਸ ਪਦਾਰਥ ਦਾ, ਵਸਤੂ ਦਾ ਖਰੀਦਣ ਵਾਲੇ ਗਾਹਕ ਨੂੰ ਪਤਾ ਨਾ ਹੋਵੇ ਵੀ ਕਿਸ ਕੰਮ ਆਉਂਦੀ ਹੈ, ਉਹਨੂੰ ਇਹ ਵਸਤੂ ਵੇਚਣ ਦਾ ਕੋਈ ਲਾਭ ਨਹੀਂ ਹੈ। ਬਿਨ ਗਾਹਕ ਗੁਣ ਵੇਚੀ ਹੈ, ਗੁਣਾਂ ਨੂੰ ਵੇਚ ਦੇਣਾ। ਕਹਿਣ ਲੱਗੇ ਵੀ ਉਦੋਂ ਗੁਣ ਜਿਹੜਾ ਹੈ, ਉਹ ਵਸਤੂ ਸਸਤੇ ਭਾਅ ਵਿਕ ਜਾਂਦੀ, ਉਹਦੀ ਕਦਰ ਕੋਈ ਨਹੀਂ ਹੈ, ਉਹ ਜਾਣਦਾ ਨਹੀਂ ਹੈ। ਪਰ ਗੁਣ ਕਾ ਗਾਹਕ ਜੇ ਮਿਲੈ, ਤਉ ਗੁਣ ਲਾਖ ਵਕਾਏ। ਜੇ ਗੁਣਾਂ ਦਾ ਗਾਹਕ ਮਿਲ ਜਾਵੇ, ਪਰਖ ਵਾਲਾ ਮਿਲ ਜਾਵੇ, ਤੇ ਇਹ ਗੁਣ ਦੀ ਕੀਮਤ ਪੈ ਜਾਂਦੀ, ਲੱਖਾਂ ਕੀਮਤ ਪੈ ਜਾਂਦੀ, ਕਰੋੜਾਂ ਦੀ ਕੀਮਤ ਪੈ ਜਾਂਦੀ ਹੈ। ਚੇਤਾ ਰੱਖਣਾ, ਮਨੁੱਖਾ ਜੀਵਨ ਬੜਾ ਕੀਮਤੀ, ਬੇਸ਼ੁਮਾਰ ਹੈ, ਪਰ ਸਾਡੇ ਵਿੱਚੋਂ ਬਹੁਤਿਆਂ ਨੂੰ ਇਹਦੀ ਕਦਰ ਕੀਮਤ ਦਾ ਨਹੀਂ ਪਤਾ। ਕੇਵਲ ਖਾਣ ਪੀਣ, ਸੌਣ ਹੰਡਾਉਣ ਤੱਕ ਹੀ ਸੀਮਤ ਰੱਖਿਆ ਹੋਇਆ ਹੈ। ਉੱਠੇ, ਖਾ ਲਿਆ, ਚਾਹ ਪੀ ਲਈ, ਰੋਟੀ ਖਾ ਲਈ, ਕੰਮ ਤੇ ਚਲੇ ਗਏ, ਘਰ ਆਏ, ਰੋਟੀ ਖਾ ਲਈ, ਸੌਂ ਗਏ, ਬਸ ਦੁਬਾਰਾ ਫਿਰ ਹੀ ਕੁਛ। ਇੰਨਾ ਕਰਮ, ਖਾਣਾ ਪੀਣਾ ਤੇ ਬੱਚਿਆਂ ਦੀ ਸੰਭਾਲ ਕਰਨਾ ਤੇ ਜਾਨਵਰ ਵੀ ਕਰ ਰਹੇ ਨੇ, ਤੇ ਫਰਕ ਕੀ ਹੋਇਆ ਫਿਰ? ਭਾਈ ਗੁਰਦਾਸ ਜੀ ਦੀ ਪੰਕਤੀ ਚੇਤੇ ਆਉਂਦੀ ਹੈ। ਭਾਈ ਗੁਰਦਾਸ ਜੀ ਉਦਾਹਰਨਾਂ ਦਿੰਦੇ ਨੇ, ਕਹਿਣ ਲੱਗੇ, ਰਤਨ ਮਣੀ ਗਲ ਬਾਂਦਰੈ। ਰਤਨਾਂ ਦੀ ਮਣੀ ਬਾਂਦਰ ਦੇ ਗਲ ਵਿੱਚ ਪਾ ਦਿੱਤੀ ਜਾਵੇ, ਕਿ ਕੀਮਤ ਜਾਣੈ, ਉਹਨੂੰ ਇਸ ਦੀ ਕੀਮਤ ਦਾ ਕੀ ਪਤਾ ਹੈ। ਫਿਰ ਇੱਕ ਹੋਰ ਉਦਾਹਰਨ ਬੜੀ ਪਿਆਰੀ ਦਿੱਤੀ। ਕਹਿਣ ਲੱਗੇ, ਰਸੋਈ ਦੇ ਵਿੱਚ ਭਾਂਡੇ ਪਏ ਨੇ, ਤੇ ਇੱਕ ਭਾਂਡਾ ਹੈ ਜਿਹਦੇ ਵਿੱਚ ਰੋਜ਼ ਸਬਜ਼ੀ ਬਣਦੀ ਹੈ, ਤੇ ਸਬਜ਼ੀ ਬਣਾਉਣ ਵੇਲੇ ਕੜਛੀ ਦੀ ਲੋੜ ਪੈਂਦੀ ਹੈ। ਪਰ ਕਹਿਣ ਲੱਗੇ ਵੀ ਕੜਛੀ ਨੂੰ ਪੁੱਛਿਆ ਜਾਵੇ ਵੀ ਤੈਨੂੰ ਸਬਜ਼ੀ ਦਾ ਕੀ ਸਵਾਦ ਆਇਆ, ਤੇ ਕੜਛੀ ਨੂੰ ਕੁਝ ਨਹੀਂ ਪਤਾ। ਕੜਛੀ ਸਵਾਉ ਨਾ ਸੰਭਲੈ, ਭੋਜਨ ਰਸ ਖਾਣੈ। ਉਹਨੂੰ ਕੋਈ ਨਹੀਂ ਪਤਾ। ਹਾਂ, ਇਹ ਸਾਡੀ ਜੇਬਾ ਜਦੋਂ ਚੱਖੇਗੀ, ਪਤਾ ਲੱਗੇਗਾ ਵੀ ਸਬਜ਼ੀ ਵਿੱਚ ਅੱਜ ਮਿਰਚ ਜ਼ਿਆਦਾ ਪੈ ਗਈ ਹੈ। ਕੜਛੀ ਨੇ ਨਹੀਂ ਦੱਸਣਾ। ਤੋ ਜਿਸ ਨੂੰ ਕੀਮਤ ਕਦਰ ਪਤਾ ਨਹੀਂ ਹੈ, ਮਨੁੱਖਾ ਜੀਵਨ ਦੀ ਉਹ ਜਾਈ ਗਵਾਉਂਦਾ ਜਾ ਰਿਹਾ। ਕਿਵੇਂ ਗਵਾਉਂਦਾ ਜਾ ਰਿਹਾ? ਬਾਣੀ ਆਖਦੀ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੈ ਜਾਏ। ਕਦਰ ਕੀਮਤ ਨਹੀਂ ਹੈ, ਸੌਣ ਤੇ ਖਾਣ ਤੱਕ। ਤੋ ਕਬੀਰ ਸਾਹਿਬ ਜੀ ਇੱਥੇ ਜ਼ਿਕਰ ਕਰਦੇ ਨੇ, ਜੇ ਮਾਲਕ ਪ੍ਰਭੂ ਪਰਮਾਤਮਾ ਨਾਲ ਤੇਰੀ ਪ੍ਰੀਤ ਪੱਕੀ ਪੈ ਗਈ ਹੈ, ਪਿਆਰ ਪੱਕਾ ਪੈ ਗਿਆ, ਤੇ ਲੋਕਾਂ ਨੂੰ ਦੱਸਦਾ ਨਾ ਫਿਰ ਆਪਣੇ ਨਾਂ ਦੇ ਫਲੈਕਸ ਬੈਨਰ ਨਾ ਛਪਾ। ਇਹ ਤੇ ਤੇਰਾ ਜੀਵਨ ਹੈ, ਉਹ ਆਪੇ ਦੱਸੇਗਾ। ਭਾਈ ਕਨਈਏ ਵਰਗੀ ਦ੍ਰਿਸ਼ਟੀ ਤੇਰੀ ਅੰਦਰ ਦੀ ਬਣ ਜਾਣੀ ਚਾਹੀਦੀ ਹੈ। ਜਿਹਨੂੰ ਦੁਸ਼ਮਣ ਵਿੱਚੋਂ ਵੀ ਗੁਰੂ ਦਿਸ ਰਿਹਾ ਹੈ, ਤੇ ਸਾਡੇ ਹਾਲਾਤ ਵੇਖੋ, ਸਾਨੂੰ ਗੁਰੂ ਵਿੱਚੋਂ ਵੀ ਗੁਰੂ ਨਹੀਂ ਦਿਸ ਰਿਹਾ। ਸਾਡੇ ਹਾਲਾਤ ਕੇਵਲ ਅਸੀਂ ਰੁਮਾਲਿਆਂ ਤੱਕ, ਦਰਸ਼ਨ ਕਰਨ ਤੱਕ ਸੀਮਤ ਰਹਿ ਗਏ ਹਾਂ। ਪਰਿਕਰਮਾ ਕਰ ਲਈ, ਮੱਥਾ ਟੇਕ ਲਿਆ, ਪ੍ਰਸ਼ਾਦ ਲਿਆ, ਘਰਾਂ ਨੂੰ ਤੁਰ ਪਏ। ਇੱਥੋਂ ਤੱਕ ਸੀਮਤ ਦਾ। ਤੋ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਨੇ, ਰੱਬ ਦਾ ਨਾਮ ਰੂਪੀ ਪਦਾਰਥ ਜਿਹੜਾ ਹੈ, ਦੀ ਕਦਰ ਕੀਮਤ ਜੇ ਤੂੰ ਸਮਝ ਗਿਆ, ਜਾਣ ਗਿਆ, ਤੇ ਇਹਦਾ ਵਰਤਾਵਾ ਵੀ ਉੱਥੇ ਕਰੀ ਜਿਹੜੇ ਕੁਝ ਜਾਣਦੇ ਹੋਣ, ਸਮਝਦੇ ਹੋਣ। ਕਿਉਂਕਿ ਨਹੀਂ ਪਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋਲ। ਇੱਥੇ ਸਾਰਿਆਂ ਦਾ ਹਾਲਾਤ ਇਹ ਨਹੀਂ ਹੈ।
ਇੱਥੇ ਸਾਰਿਆਂ ਦੀ ਜੀਵਨ ਦੀ ਕਰਤਾ ਵਿਚਾਰ ਇਹ ਨਹੀਂ ਹੈ। ਗੁਰਬਾਣੀ ਦੀਆਂ ਪੰਕਤੀਆਂ ਦਾ ਵਿਚਾਰ ਸਿਧਾਂਤ ਸਮਝਾ ਕਰਕੇ ਮਾਨੋ ਵੀ 1 ਘੰਟਾ ਇਸ ਗੱਲ ਤੇ ਸਮਝਾਇਆ ਗਿਆ ਹੈ ਕਿ ਗੁਰਬਾਣੀ ਦਾ ਪਾਠ ਗਿਣਤੀਆਂ ਨਾਲ ਨਹੀਂ ਕਰਨਾ। ਮੈਂ ਜੀ 50 ਪਾਠ ਕਰ ਲੈਣੇ, ਮੈਂ ਜੀ 100 ਪਾਠ ਕਰ ਲੈਣੇ, ਗਿਣਤੀਆਂ ਨਾਲ ਨਹੀਂ ਕਰਨਾ। ਸਮਝਾ ਦਿੱਤਾ ਬਾਣੀ ਤੋਂ 1 ਘੰਟਾ ਪੂਰਾ ਸਾਹਮਣੇ ਬੈਠ ਕਰਕੇ ਵਿਅਕਤੀ ਨੇ ਯੈਸ ਕਰ ਦਿੱਤੀ, ਹਾਂ ਕਰ ਦਿੱਤੀ। ਸ਼ਾਮ ਹੋਈ ਤੇ ਪਹੁੰਚੇ, ਭਾਈ ਸਾਹਿਬ ਜੀ ਅਰਦਾਸ ਕਰ ਦਿਓ ਜੀ, ਮੈਂ 50 ਪਾਠ ਸੁਖਮਨੀ ਸਾਹਿਬ ਦੇ ਕਰ ਆਇਆ। 1 ਘੰਟਾ ਵਿਅਰਥ ਗਿਆ ਸੀ। ਗੱਲ ਪਿੱਛੇ ਵੀ ਗੱਲ ਤੇ ਹੀ ਸਮਝਾਈ ਵੀ ਗਿਣਤੀ ਨਾਲ ਨਹੀਂ ਪਾਠ ਕਰਨਾ। ਇੱਕ ਦ੍ਰਿਸ਼ਟਾਂਤ ਤੌਰ ਤੇ ਗੱਲ ਮੈਂ ਸਾਖੀ ਸਾਂਝੀ ਕਰਕੇ ਜਿਹੜਾ ਵੀ ਸਮਾਪਤੀ ਕਰਨ ਲੱਗਾ। ਕਿਸੇ ਨਗਰ ਵਿੱਚ ਕੋਈ ਰੱਬ ਦਾ ਪਿਆਰਾ ਬਾਣੀ ਪੜ੍ਹਨ ਵਾਲਾ ਪਹੁੰਚਿਆ। ਉਹਦੀ ਰਸਨਾ, ਉਹਦੀ ਜ਼ੁਬਾਨ ਵਿੱਚ ਇੰਨੀ ਮਿਠਾਸ ਹੈ ਵੀ ਜਿਹੜਾ ਵੀ ਸੁਣਦਾ ਹੈ ਮੋਹਿਆ ਜਾਂਦਾ ਹੈ ਤੇ ਉਹਦੇ ਕੋਲ ਪਹੁੰਚ ਜਾਂਦਾ ਹੈ। ਇੱਕ ਵਿਅਕਤੀ ਨੇ ਉਹਦੇ ਕੋਲੋਂ ਬਾਣੀ ਦਾ ਪਾਠ ਸੁਣਿਆ, ਉਹਦੇ ਕੋਲ ਪਹੁੰਚ ਗਿਆ ਤੇ ਉਹਨੂੰ ਜਾ ਕਰਕੇ ਆਖਿਆ ਵੀ ਮੈਂ ਕਦੀ ਸਕੂਲ ਨਹੀਂ ਗਿਆ, ਨਾ ਤੇ ਮੈਨੂੰ ਪੜ੍ਹਨਾ ਹੁੰਦਾ ਹੈ ਤੇ ਨਾ ਹੀ ਮੈਨੂੰ ਜਿਹੜਾ ਵੀ ਲਿਖਣਾ ਹੁੰਦਾ ਹੈ, ਪਰ ਮੈਂ ਚਾਹੁੰਦਾ ਵੀ ਜਿਸ ਬਾਣੀ ਦਾ ਪਾਠ ਤੁਸੀਂ ਕਰ ਰਹੇ ਸੀ ਮੈਨੂੰ ਸਿਖਾ ਸਕਦੇ ਹੋ। ਉਹਨੇ ਆਖਿਆ ਵੀ ਕੰਮ ਤੇ ਥੋੜਾ ਮੁਸ਼ਕਲ ਹੈ, ਵੀ ਨਾ ਤੂੰ ਪੜ੍ਹ ਸਕਦਾ ਨਾ ਲਿਖ ਸਕਦਾ, ਵੀ ਕੰਮ ਤੇ ਮੁਸ਼ਕਲ ਹੈ, ਇੰਨੀ ਤੇਰੀ ਉਮਰ ਹੋ ਗਈ ਹੈ, ਪਰ ਇੰਨਾ ਵੀ ਮੁਸ਼ਕਲ ਨਹੀਂ ਹੈ ਵੀ ਤੂੰ ਕਰ ਨਾ ਸਕੇ। ਕਹਿੰਦੇ ਕਿ ਮੈਂ ਥੋੜਾ ਥੋੜਾ ਪਾਠ ਜਿਹੜਾ ਹੈ ਉਹ ਤੈਨੂੰ ਸਿਖਾਉਂਦਾ ਰਵਾਂਗਾ। ਇਸ ਢੰਗ ਨਾਲ ਉਹਨਾਂ ਨੇ ਵਿਉਂਤ ਬਣਾਈ ਤੇ ਕਹਿਣ ਲੱਗੇ, ਉਹਨਾਂ ਨੇ ਸ਼ੁਰੂਆਤ ਤੌਰ ਤੇ 2 ਪੰਕਤੀਆਂ ਰਿਪੀਟ ਕਰਾ ਕਰਕੇ ਸਮਝਾ ਦਿੱਤੀਆਂ। ਮਾਨੋ ਪਹਿਲੀ ਪੰਕਤੀ ਦੀ ਗੱਲ ਕਰ ਲਈਏ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਪੰਕਤੀ ਨੂੰ ਚੇਤੇ ਕਰਵਾ ਦਿੱਤੀ, ਬੋਲ ਬੋਲ ਕਰਕੇ ਚੇਤੇ ਕਰਵਾ ਦਿੱਤੀ। ਕਹਿਣ ਲੱਗੇ ਵੀ ਜਦੋਂ ਪੰਕਤੀ ਨੂੰ ਚੇਤੇ ਕਰਵਾ ਦਿੱਤੀ ਤੇ ਉਸ ਤੋਂ ਬਾਅਦ ਕਿਤੇ 2 ਮਹੀਨੇ ਉਹ ਆਇਆ ਹੀ ਨਾ। ਇੱਕੋ ਦਿਨ ਆਇਆ, 2 ਮਹੀਨੇ ਆਇਆ ਹੀ ਨਾ। ਤਾਂ 2 ਮਹੀਨਿਆਂ ਬਾਅਦ ਕਿਤੇ ਉਸ ਵੀਰ ਨੂੰ ਉਹ ਵਿਅਕਤੀ ਜਿਹੜਾ ਵੀ ਸਾਹਮਣਾ ਮਿਲਿਆ, ਆਮੋ ਸਾਹਮਣਾ ਟਾਕਰਾ ਹੋਇਆ ਤੇ ਗੱਲਬਾਤ ਹੋ ਗਈ ਤੇ ਪੁੱਛਿਆ ਵੀ ਤੂੰ ਤੇ ਆਖਦਾ ਸੀ ਮੈਂ ਵੀ ਬਾਣੀ ਸਿੱਖਣੀ ਹੈ, ਮੈਂ ਵੀ ਪਾਠ ਕਰਨਾ ਚਾਹੁੰਦਾ, ਤੇ ਇੱਕੋ ਦਿਨ ਦੀ ਕਲਾਸ ਲਾ ਕੇ ਮੁੜ ਕੇ 2 ਮਹੀਨੇ ਆਇਆ ਹੀ ਨਹੀਂ, ਕੀ ਗੱਲ ਹੋ ਗਈ ਹੈ? ਉਹਨੇ ਕੋਈ ਸਵਾਲ ਕੀਤਾ। ਕਹਿਣ ਲੱਗਾ ਵੀ ਮੈਂ ਜਿਹੜੀਆਂ 2 ਪੰਕਤੀਆਂ ਸਿੱਖ ਕਰ ਗਿਆ ਸਾਂ, ਮੈਨੂੰ ਤੇ ਇਹ ਸੀ ਵੀ ਇਹ ਸਾਰਾ ਹੀ ਪਾਠ ਹੋ ਗਿਆ, ਮੇਰਾ ਤੇ ਇਸ ਤੋਂ ਅੱਗੇ ਜਾਣ ਵਾਸਤੇ ਮਨ ਹੀ ਨਹੀਂ ਕਰਦਾ। ਮੈਂ ਤੇ ਸਿਮਰੋਂ ਸਿਮਰ ਸਿਮਰ ਸੁਖ ਪਾਵਾਂ, ਇਸ ਤੋਂ ਅੱਗੇ ਜਾਣ ਨੂੰ ਮਨ ਹੀ ਨਹੀਂ ਕਰ ਰਿਹਾ। ਮੈਂ ਤੇ ਇਸ ਤੋਂ ਅੱਗੇ ਤੁਰ ਹੀ ਨਹੀਂ ਰਿਹਾ। ਮੇਰੀ ਤੇ ਜੀਵਨ ਦੀ ਸ਼ੁਰੂਆਤ ਹੀ ਇੱਥੇ ਹੋ ਗਈ ਹੈ, ਆਨੰਦ ਰਸ ਹੀ ਇਸ ਪੰਕਤੀ ਵਿੱਚ ਬਣ ਗਿਆ ਹੈ, ਮੈਨੂੰ ਨਹੀਂ ਪਤਾ ਇਸ ਤੋਂ ਅੱਗੇ ਪਾਠ ਹੈ। ਉਹ ਵਿਅਕਤੀ ਜਿਹਨੇ ਪਾਠ ਦੀ 2 ਪੰਕਤੀਆਂ ਸਿਖਾਈਆਂ ਆਪਣੇ ਆਪ ਤੇ ਹੈਰਾਨ ਕਿ ਮੈਂ ਸਾਰਾ ਪਾਠ ਕਰ ਲੈਣਾ ਤੇ ਤਾਂ ਵੀ ਅੰਦਰ ਦਾ ਸੁੱਖ ਆਨੰਦ ਨਹੀਂ ਬਣਦਾ, ਇਹ 2 ਪੰਕਤੀਆਂ ਦਾ ਰਸ ਲੈ ਗਿਆ। ਮੈਂ ਜਿਹੜੀ ਬੇਨਤੀ ਸਾਂਝੀ ਕਰਨੀ ਚਾਹ ਰਿਹਾ ਸਾਂ, ਅਸੀਂ ਧਰਮ ਨੂੰ ਕੇਵਲ ਜ਼ੁਬਾਨ ਦਾ ਤੇ ਕੰਨ ਦਾ ਰਸ ਬਣਾ ਕਰਕੇ ਸੀਮਿਤ ਰੱਖ ਦਿੱਤਾ ਹੈ। ਮੇਰੀ ਵਾਹੋ ਵਾਹੀ ਕਿੰਨੀ ਹੋ ਰਹੀ ਹੈ, ਮੈਨੂੰ ਕੋਈ ਪਾਠ ਕਰਦੇ ਨੂੰ ਵੇਖ ਰਿਹਾ ਕਿ ਨਹੀਂ, ਮੈਨੂੰ ਕੋਈ ਸੇਵਾ ਕਰਦਿਆਂ ਨੂੰ ਵੇਖ ਰਿਹਾ ਕਿ ਨਹੀਂ। ਕਈ ਵਾਰੀ ਵੇਖਿਆ ਜਾਂਦਾ ਵੀ ਦੀਵਾਨ ਸਜਿਆ ਹੋਇਆ ਹੈ, ਸੰਗਤ ਬੈਠੀ ਹੋਈ, ਕੀਰਤਨ ਹੋ ਰਿਹਾ, ਪਾਠ ਹੋ ਰਿਹਾ ਤੇ ਮੇਰੇ ਵਰਗਾ ਉੱਠਦਾ, ਕੱਪੜਾ ਲਿਆ ਤੇ ਬਾਰੀਆਂ ਝਾੜਨ ਲੱਗ ਪੈਂਦਾ। ਇਧਰ ਕਥਾ ਹੋ ਰਹੀ ਹੈ, ਵਿਚਾਰ ਬਾਣੀ ਹੋ ਰਹੀ, ਉਦੋਂ ਕੱਪੜੇ ਮਾਰਨ ਲੱਗ ਪੈਂਦਾ। ਕਾਰਨ ਕੀ ਹੈ? ਤਾਂ ਕਿ ਲੋਕ ਮੈਨੂੰ ਵੇਖ ਲੈਣ ਵੀ ਇਹ ਬਹੁਤ ਸੇਵਾ ਕਰਦਾ ਹੈ, ਵੀ ਭਾਈ ਦੀਵਾਨ ਦੀ ਸਮਾਪਤੀ ਹੋਣੀ ਹੈ ਭਾਵੇਂ ਸਾਰਾ ਦਰਬਾਰ ਧੋ ਦੇ, ਪਰ ਉਦੋਂ ਨਹੀਂ ਹੈ, ਕਿਉਂਕਿ ਉਦੋਂ ਕੋਈ ਵੇਖਦਾ ਨਹੀਂ ਹੈ। ਅਸੀਂ ਸਿਰਫ ਵਿਖਾਵੇ ਮਾਤਰ ਦੀ ਸੇਵਾ, ਵਿਖਾਵੇ ਮਾਤਰ ਦੇ ਕਰਮ। ਤੋ ਕਬੀਰ ਸਾਹਿਬ ਜੀ ਨੇ ਅੱਜ ਇੱਥੇ ਜ਼ਿਕਰ ਕੀਤਾ ਹੈ, ਮਿਹਰ ਕੀਤੀ ਹੈ ਕਿ ਅਸਲ ਵਿੱਚ ਧਰਮ ਨੂੰ ਆਪਣੇ ਅੰਦਰੋਂ ਅਪਣਾ, ਤੇ ਜਦੋਂ ਅੰਦਰ ਅਪਣਾ ਲਵੇਂਗਾ ਤੇ ਫਿਰ ਵਿਖਾਵਾ ਖਤਮ ਹੋ ਜਾਵੇਗਾ, ਜੀਵਨ ਜਿਉਣ ਦਾ ਸੁਚੱਜਾ ਢੰਗ ਆ ਜਾਵੇਗਾ। ਇਸ ਕਰਕੇ ਰਾਮ ਪਦਾਰਥ ਪਾਏ ਕਹਿ ਕਬੀਰਾ, ਗਾਂਠ ਨਾ ਖੋੜ, ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋੜ। ਜੀਵਨ ਸੱਚਾ ਬਣਾ, ਪਵਿੱਤਰ ਬਣਾ, ਪਾਕ ਬਣਾ, ਤੇ ਉਹਨਾਂ ਵਿਅਕਤੀਆਂ ਦੇ ਨਾਲ ਤੇਰਾ ਸਾਂਝ ਹੋਵੇ, ਪਿਆਰ ਹੋਵੇ, ਮਿੱਤਰਤਾ ਹੋਵੇ, ਜਿਨ੍ਹਾਂ ਨੂੰ ਮਿਲ ਕਰਕੇ ਰੱਬ ਨੂੰ ਚੇਤੇ ਕਰ ਸਕੇ। ਜਿਹਨੂੰ ਅਸੀਂ ਰੋਜ਼ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਹੋਵੇ। ਮੈਨੂੰ ਉਹਨਾਂ ਦੀ ਸੰਗਤ ਮਿਲੇ
ਉਹਨਾਂ ਦੇ ਦਰਸ਼ਨ ਮਿਲਣ, ਉਹਨਾਂ ਦੇ ਨਾਲ ਉੱਠਣ ਬੈਠਣ ਖਲੋਣ ਮਿਲੇ, ਜਿਨ੍ਹਾਂ ਨੂੰ ਮਿਲ ਕਰਕੇ ਤੇਰੇ ਨਾਮ ਨੂੰ ਚੇਤੇ ਕਰ ਸਕੀ, ਭਾਵ ਤੇਰਾ ਸ਼ੁਕਰਾਨਾ ਕਰ ਸਕੀ, ਤੇਰਾ ਧੰਨਵਾਦ ਕਰ ਸਕੀਏ। ਤੇਰੇ ਧੰਨਵਾਦ ਵੀ ਸ਼ੁਕਰਾਨੇ ਵੀ ਜੁੜ ਸਕਣ। ਇਸ ਤਰ੍ਹਾਂ ਦੇ ਪਿਆਰਿਆਂ ਦਾ, ਇਸ ਤਰ੍ਹਾਂ ਦੇ ਰੱਬੀ ਭਗਤਾਂ ਦਾ ਮੇਲ ਮਿਲਾਪ ਮੇਰੇ ਜੀਵਨ ਵਿੱਚ ਹੋਵੇ। ਤੇ ਚੇਤਾ ਰੱਖਣਾ, ਇਹ ਮੇਲ ਮਿਲਾਪ ਵਾਸਤੇ ਗੁਰੂ ਕੋਲ ਅਰਦਾਸ ਤੇ ਅਸੀਂ ਕਰ ਦਿੱਤੀ ਹੈ, ਕਰ ਰਹੇ ਹਾਂ, ਸੁਣ ਰਹੇ ਹਾਂ। ਪਰ ਜੇ ਘਰ ਜਾ ਕਰਕੇ ਜਾਂ ਜੀਵਨ ਵਿੱਚ ਦਿਨ ਵਿੱਚ ਵਿਚਰਦਿਆਂ ਹੋਇਆਂ ਅਸੀਂ ਵਿਸ਼ਿਆਂ ਵਿਕਾਰਾਂ ਨਾਲ ਗਲਤਾਨ ਵਿਅਕਤੀਆਂ ਦਾ ਸਾਥ ਦਈਏ, ਸਿਰਫ ਇਸ ਕਰਕੇ ਵੀ ਮਾਇਆ ਆ ਰਹੀ ਹੈ, ਅਰਦਾਸ ਵਿੱਚ ਦੂਜੇ ਦਿਨ ਆ ਕਰਕੇ ਖਲੋਵਾਂਗੇ ਤੇ ਝੂਠੇ ਪੈ ਜਾਵਾਂਗੇ, ਝੂਠੇ ਪੈ ਜਾਵਾਂਗੇ। ਗੁਰੂ ਮਿਹਰ ਕਰੇ, ਦਇਆ ਕਰੇ, ਗੁਰੂ ਕੇ ਸ਼ਬਦ ਨੂੰ ਆਪਣੀ ਜੀਵਨ ਦੇ ਅੰਦਰ ਲੈ ਕਰਕੇ ਜਾਈਏ ਤੇ ਜੀਵਨ ਜਿਹੜਾ ਹੈ ਉਹ ਗੁਰੂ ਕੇ ਸ਼ਬਦ ਅਨੁਸਾਰ ਬਣੇ। ਤਾਂ ਕਬੀਰ ਸਾਹਿਬ ਜੀ ਦੇ 3 ਸ਼ਲੋਕਾਂ ਦਾ ਅੱਜ ਅਸੀਂ ਪਾਠ ਤੇ ਵਿਚਾਰ ਸਾਂਝੀ ਕੀਤੀ ਹੈ। ਭਾਵਰਥ ਸੰਖੇਪ ਰੂਪ ਵਿੱਚ ਸਾਂਝੇ ਕਰਕੇ ਮੈਂ ਸਮਾਪਤੀ ਕਰਨ ਲੱਗਾ ਹਾਂ। ਕਬੀਰ ਸਾਹਿਬ ਜੀ ਆਖਦੇ ਨੇ, ਸੰਸਾਰ ਦੇ ਬਹੁਤੇ ਜਿਹੜੇ ਤੂੰ ਕੇਵਲ ਮਾਇਆ ਦੇ ਕਾਰਨ ਕਰਕੇ ਮਿੱਤਰ ਆਦਿਕ ਬਣਾਏ ਨੇ, ਇਹ ਤੈਨੂੰ ਅੰਦਰ ਦਾ ਸੁੱਖ ਨਹੀਂ ਦੇ ਸਕਦੇ। ਜੋ ਚਿਤ ਰਾਖੈ ਏਕ ਸਿਉ ਤੇ ਸੁਖ ਪਾਵੈ ਨੀਤ, ਇੱਕ ਨਾਲ ਮਾਲਕ ਨਾਲ ਪ੍ਰੀਤ ਬਣਾ, ਅੰਦਰ ਦਾ ਸੁਖ ਪ੍ਰਾਪਤ ਹੋਵੇਗਾ। ਦੁਨਿਆਵੀ ਸੰਸਾਰੀ ਖੁਆਇਸ਼ਾਂ ਆਦਿਕ ਨੂੰ ਖਤਮ ਕਰਕੇ ਪੂਰਨ ਪਰਮਾਨੰਦ ਮਿਲਦਾ ਹੈ। ਇਹਦੀ ਪ੍ਰਾਪਤੀ ਵਾਸਤੇ ਤੂੰ ਯਤਨਸ਼ੀਲ ਹੋ। ਤੇ ਤੀਜਾ ਸ਼ਲੋਕ ਸੀ, ਜੇ ਰੱਬੀ ਪ੍ਰਾਪਤੀ ਮਿਹਰ ਸਦਕਾ ਤੈਨੂੰ ਕੋਈ ਗੁਣ, ਕੋਈ ਦਾਤ ਪ੍ਰਾਪਤ ਹੋ ਗਈ ਹੈ ਤੇ ਇਹਦਾ ਵਿਖਾਵਾ ਨਾ ਕਰਦਾ। ਫਿਰ ਇਹ ਗੁਣ ਜਿਹੜਾ ਹੈ ਪਰਉਪਕਾਰ ਵਾਸਤੇ, ਭਲੇ ਵਾਸਤੇ ਇਹਦਾ ਗੁਣ ਦਾ ਖਰਚ ਕਰ, ਭਲੇ ਵਾਸਤੇ ਇਹਦਾ ਜਿਹੜਾ ਸਾਰਥਕਤਾ ਦੇ ਨਾਲ ਵਰਤੋਂ ਕਰ। ਤੂੰ ਗੁਰੂ ਮਿਹਰ ਕਰੇ, ਸ਼ਬਦ ਦੀਆਂ ਇਹਨਾਂ ਪੰਕਤੀਆਂ, ਇਹਨਾਂ ਸਿਧਾਂਤ ਦੀਆਂ ਵਿਚਾਰਾਂ ਦੇ ਨਾਲ ਸਾਡਾ ਵੀ ਮਨ ਇੱਕਮਿਕ ਹੋ ਜਾਵੇ। ਅਸੀਂ ਵੀ ਗੁਰੂ ਕੀ ਵਿਚਾਰ ਨੂੰ ਸਮਝ ਕੇ, ਗੁਰੂ ਕੇ ਸ਼ਬਦ ਨੂੰ ਸਮਝ ਕਰਕੇ ਆਪਣੇ ਹਿਰਦੇ ਵਿੱਚ ਵਸਾ ਕਰਕੇ ਜੀਵਨ ਵਿੱਚ ਵਸਾ ਲਈਏ। ਤਾਂ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾਇਆ ਹੈ, ਮਾਲਕ ਨੇ ਮਿਹਰ ਕਰਕੇ ਉਹਨਾਂ ਸਭਨਾਂ ਦਾ ਇਹ ਲੋਕ ਸੁਖੀਆ ਪਰਲੋਕ ਸੁਹੇਲਾ ਬਣਾ ਦਿੱਤਾ ਹੈ। ਸਮੇਂ ਦੀ ਸਮਾਪਤੀ ਹੈ, ਕੋਈਆਂ ਭੁੱਲਾਂ ਦੀ ਖਿਮਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।